ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲਟਨ। ਇਸ ਵੇਲੇ 1971 ਦੀ ਜੰਗ ਨੂੰ, ਭਾਰਤ ਪਾਕਿਸਤਾਨ ਜੰਗ ਨੂੰ 50 ਸਾਲ ਦਾ ਸਮਾਂ ਹੋ ਚੁੱਕਿਆ ਹੈ। ਇਸ ਵੇਲੇ ਅਸੀਂ ਗੋਲਡਨ ਜੁਬਲੀ ਮਨਾ ਰਹੇ ਹਾਂ, ਵਿਜੇ ਦਿਵਸ ਮਨਾ ਕੇ ਹਟੇ ਹਾਂ। ਸਾਡੇ ਨਾਲ ਮੌਜੂਦ ਨੇ ਰਿਟਾਇਰਡ 에ਅਰ ਮਾਰਸ਼ਲ ਸਰਬਜੀਤ ਸਿੰਘ ਹੋਠੀ ਜੀ, ਜਿਨ੍ਹਾਂ ਨੇ ਉਸ ਵੇਲੇ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਪਾਕਿਸਤਾਨੀ ਸੈਨਾ ਦੇ ਜਿਹੜੇ ਹੈਲੀਕਾਪਟਰ ਭਾਰਤ ਦੀ ਸੀਮਾ 'ਚ ਆ ਗਏ ਸੀ, ਉਹਨਾਂ ਨੂੰ ਵਾਪਸ ਖਦੇੜਨ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ, ਇਹਨਾਂ ਦੀ ਜਰਨੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਅੰਚਲ ਜੀ। ਮੈਂ ਵੀ ਬੜਾ ਖੁਸ਼ ਹਾਂ ਕਿ ਮੈਂ ਆਪਣੀ ਜਜ਼ਬਾਤ, ਆਪਣਾ ਪੁਰਾਣੀ ਹਿਸਟਰੀ ਸਾਰੀ ਤੁਸੀਂ ਯਾਦ ਕਰਾ ਰਹੇ ਹੋ। ਹਾਂਜੀ, ਤੁਹਾਨੂੰ ਦੱਸਣ ਨੂੰ ਮੈਂ ਤਾਂ ਉਤਸ਼ਾਹ 'ਚ ਹੈਗਾ। ਸਰ, ਅਸੀਂ ਸ਼ੁਰੂਆਤ ਜਿਸ ਤਰ੍ਹਾਂ ਕੀਤੀ ਹੈ, ਆਪਾਂ ਗੋਲਡਨ ਜੁਬਲੀ ਮਨਾ ਰਹੇ ਹਾਂ ਇਸ ਵੇਲੇ, ਅਸੀਂ ਉਸ ਬਾਰੇ ਗੱਲ ਕਰਾਂਗੇ ਕਿ ਉਸ ਦਿਨ ਕੀ ਹੋਇਆ ਸੀਗਾ। ਜਿਸ ਤਰ੍ਹਾਂ ਅਸੀਂ ਸੁਣਨ 'ਚ ਆਇਆ ਕਿ ਤੁਸੀਂ ਜਿਹੜਾ ਪਾਕਿਸਤਾਨੀ ਸੈਨਾ ਦੇ ਵਿਮਾਨ ਖਦੇੜੇ ਸੀ, ਉਸ ਕਹਾਣੀ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜ਼ਰਾ। ਉਹ ਤੁਸੀਂ ਉਸ ਕਹਾਣੀ ਦੇ ਬਾਰੇ ਪੁੱਛੇ ਜੇ ਤਾਂ ਤੁਸੀਂ ਹੈਲੀਕਾਪਟਰ ਦੀ ਗੱਲ ਕੀਤੀ। ਹੈਲੀਕਾਪਟਰ ਨਹੀਂ ਸੀਗੇ, ਉਹ ਮਿਰਾਜ ਫਾਈਟਰ ਏਅਰਕ੍ਰਾਫਟ ਸੀਗੇ। ਉਹ ਉਸ ਦਿਨ, ਇਹ 16 ਤਰੀਕ ਦੀ ਗੱਲ ਨਹੀਂ ਹੈ, ਆਈ ਥਿੰਕ ਇਹ ਲੜਾਈ ਦੌਰਾਨ ਕੋਈ ਵਿੱਚ ਦੀ ਗੱਲ, ਇੱਕ ਵਨ ਆਫ ਦਾ ਡੇਜ਼ ਆਫ ਦੀ ਡੂਰਿੰਗ ਦੀ ਵਾਰ ਦੀ ਗੱਲ ਹੈਗੀ ਹੈ। ਉਹ ਮੈਂ ਨਾਈਟ ਪਾਇਲਟ ਦਾ ਦੁਬਾਰੇ ਤੁਹਾਡੇ ਦਰਸ਼ਕਾਂ ਨੂੰ ਥੋੜਾ ਦੱਸਣਾ ਚਾਹੁੰਦਾ। 에ਅਰ ਡਿਫੈਂਸ ਦਾ ਏਅਰਕ੍ਰਾਫਟ ਸੀਗਾ। ਇਟ ਵਾਸ ਨੋਨ ਐਜ਼ ਸੇਬਰ ਕਿਲਰ ਆਫ 65 ਵਾਰ ਦਾ ਬਹੁਤ ਹੀ ਗ੍ਰੇਟ ਵੈਪਨ ਸਿਸਟਮ ਸੀਗਾ ਜਿਹੜਾ 에ਅਰ ਡਿਫੈਂਸ ਲਈ ਇਸਤੇਮਾਲ ਹੋ ਰਿਹਾ ਸੀ। ਮੈਂ ਇਸ ਜਹਾਜ਼ ਦੇ ਵਿੱਚ ਮੈਂ 69 ਦਸੰਬਰ ਦਾ ਕਮਿਸ਼ਨਡ ਹੈ। ਸਿਰਫ ਲੜਾਈ ਕਤਰ ਜਿੱਦਾਂ ਲੱਗੀ ਹੈ, ਸਾਨੂੰ ਪਾਇਲਟ ਨੂੰ ਉਸ ਜਹਾਜ਼ 'ਚ ਟ੍ਰੇਨ ਹੋਣਾ ਪੈਂਦਾ ਹੈ, ਉਹਦੇ ਲਈ ਟਾਈਮ ਲੱਗਦਾ ਹੈਗਾ ਔਰ ਉਹਦੇ ਲਈ 2-3 ਸਾਲ ਲੱਗਦੇ। ਬਟ ਇਹ ਲੜਾਈ ਦਾ ਮਾਹੌਲ ਕਰਕੇ ਹੋ ਰਿਹਾ ਸੀ ਕਿ ਮੈਂ ਲੱਕੀ ਸੀ ਕਿ ਮੈਨੂੰ ਟ੍ਰੇਨਿੰਗ ਮੇਰੀ ਕੰਪਲੀਟ ਹੋ ਗਈ ਕਿ ਮੈਂ ਵਾਰ ਲਈ ਆਪਰੇਸ਼ਨਲ ਡਿਕਲੇਅਰ ਹੋ ਗਿਆ। 에ਅਰ ਡਿਫੈਂਸ ਆਪਰੇਸ਼ਨ ਲਈ ਮੈਂ ਡਿਕਲੇਅਰ ਹੋ ਗਿਆ ਸੀਗਾ। ਸੋ 에ਅਰ ਡਿਫੈਂਸ ਆਪਰੇਸ਼ਨ ਦੇ ਲਈ ਜਿਹੜਾ ਜਹਾਜ਼ ਦਾ ਕੰਮ ਕੀ ਹੁੰਦਾ, ਉਹਦੇ ਬਾਰੇ ਤੁਹਾਨੂੰ ਮੈਂ ਥੋੜਾ ਦੱਸਾਂ। 에ਅਰ ਡਿਫੈਂਸ ਦਾ ਕੰਮ ਹੈ ਕਿ ਐਨੀ ਇੰਟਰੂਡਿੰਗ ਜਿਹੜਾ ਦੁਸ਼ਮਣ ਦਾ ਜਹਾਜ਼ ਤੁਹਾਡੀ ਟੈਰੀਟਰੀ ਤੁਹਾਨੂੰ ਅੰਦਰ ਆ ਰਿਹਾ ਹੋਵੇ, ਉਹਨਾਂ ਨੂੰ ਰੋਕਣਾ, ਉਹਨਾਂ ਨੂੰ ਆਪਣੇ ਮਿਸ਼ਨ ਵਿੱਚ ਉਹਨੂੰ ਕਾਮਯਾਬ ਨਾ ਹੋਣ ਦੇਣਾ, ਇਹ ਸਾਡਾ ਹੈ। ਐਂਡ ਆਫ ਕੋਰਸ ਅਲਟੀਮੇਟਲੀ ਟੂ ਕਿਲ ਹਿਮ, ਕਿ ਉਹ ਵਾਪਸ ਨਾ ਜਾ ਸਕੇ। ਹੋਰ ਵੀ 에ਅਰ ਡਿਫੈਂਸ ਦੀ ਕਈ ਚੀਜ਼ਾਂ ਹੁੰਦੀਆਂ। ਕੋਈ ਸਾਡੀ ਜਿਹੜੇ ਸਟ੍ਰਾਈਕ ਫੋਰਸ ਜਾਂਦੀ ਹੈਗੀ ਆ, ਉਹਨਾਂ ਨੂੰ ਆਪਣੇ ਜਿਹੜੇ ਸਟ੍ਰਾਈਕ, ਜਿਹੜੇ ਬੌਂਬ ਸਿੱਟਣ ਜਾ ਰਹੇ ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਕਵਰ ਦਿੰਦੇ ਹੋਗੇ ਤਾਂ ਕਿ ਤੁਹਾਨੂੰ ਉਹਨਾਂ ਨੂੰ ਕੋਈ ਹਮਲਾ ਨਾ ਕਰੇ। ਸੋ ਇਹ 에ਅਰ ਡਿਫੈਂਸ ਦਾ ਮਤਲਬ ਹੈ। ਹੁਣ ਅੰਮ੍ਰਿਤਸਰ 에ਅਰਫੀਲਡ ਦੇ ਬਾਰੇ ਥੋੜਾ ਜਿਹਾ ਸਾਰੇ ਦਰਸ਼ਕ ਜਾਣਦੇ। ਅੰਮ੍ਰਿਤਸਰ 에ਅਰਫੀਲਡ ਵੈਰੀ ਕਲੋਜ਼ ਟੂ ਦੀ ਬਾਰਡਰ ਹੈ। ਬਾਰਡਰ ਜਿਹੜਾ ਨੇੜੇ ਤੋਂ ਨੇੜੇ 20-22-23 ਕਿਲੋਮੀਟਰ ਤੋਂ ਹੈ, ਦਾਇਰੇ ਕਿਤੇ 25-30 ਕਿਲੋਮੀਟਰ ਹੈ। ਤੁਹਾਨੂੰ ਪਤਾ ਜੋ ਸਾਡੀਆਂ ਜੋ ਅਟੈਕ ਸਪੀਡਸ ਹੁੰਦਾ, ਜਹਾਜ਼ ਜਿਹੜੇ ਅਟੈਕ ਲਈ ਆਉਂਦਾ, ਉਹਦੀ ਜਿਹੜੀ ਰਫਤਾਰ ਹੁੰਦੀ ਕਲੋਜ਼ ਟੂ 900 ਕਿਲੋਮੀਟਰ ਹੁੰਦੀ। 15 ਕਿਲੋਮੀਟਰਸ ਪਰ ਮਿੰਟ ਅਸੀਂ ਇਹ ਕਰਦੇ ਹੈਗੇ, ਆਪਣਾ ਸਪੀਡਸ ਹੁੰਦੀਆਂ ਹੈਗੀਆਂ। ਸੋ ਬਾਰਡਰ ਤੋਂ ਅੰਦਰ ਆਉਣਾ, ਜਦੋਂ ਕੋਈ ਬਾਰਡਰ 'ਚ ਅੰਦਰ ਆਉਣਾ, ਉਹਨੂੰ ਆਇਡੈਂਟੀਫਾਈ ਕਰ ਰਿਹਾ ਕਿ ਫਰੈਂਡਲੀ ਹੈ, ਕਿ ਦੁਸ਼ਮਣ ਦਾ ਜਹਾਜ਼ ਹੈ। ਇਹ ਵਾਰਨਿੰਗ ਜਿਹੜੀ ਅੰਦਰ ਆਉਣ ਨੂੰ ਬਹੁਤ ਥੋੜੀ ਅੰਮ੍ਰਿਤਸਰ 에ਅਰਫੀਲਡ 'ਚ ਮਿਲਦੀ ਹੈਗੀ। ਤੇ ਇਹਦੇ ਲਈ ਪਤਾ ਕੀ ਹੁੰਦਾ ਸੀ, ਅਸੀਂ ਆਪਣੇ ਜਿਹੜੇ ਅੰਡਰਗਰਾਊਂਡ ਕਹਿੰਦੇ ਉਹਨੂੰ ਬਲਾਸਟ ਪੈਨ, ਅਸੀਂ ਆਪਣੀ ਲੈਂਗੁਏਜ ਦੱਸਦੇ ਹਾਂ ਕਿ ਕਵਰਡ ਪ੍ਰੋਟੈਕਸ਼ਨ ਫਰੋਮ ਬੌਂਬ। ਉਹ ਜਹਾਜ਼ ਅਸੀਂ ਨਾ ਜਲਦੀ ਟੇਕ ਆਫ ਕਰ ਸਕੀਏ, ਉਹਦੇ ਲਈ ਸਾਡੀ ਜਿਹੜੀ ਡਿਊਟੀ ਵੀ ਸੀ, ਬਾਹਰ ਨਹੀਂ ਬੈਠੇ ਹੁੰਦੇ ਸੀ, ਜਹਾਜ਼ ਦੇ ਵਿੱਚ ਸਟ੍ਰੈਪਡ ਅਪ ਟਾਈਟ, ਰੈਡੀ ਟੂ, ਇੱਕ ਬਟਨ ਸਿਰਫ ਪ੍ਰੈਸ ਕਰਨ ਨੂੰ ਸਟਾਰਟ ਕਰਨ ਲਈ ਤਿਆਰੀ ਹੁੰਦੀ ਕਿ ਜਲਦੀ ਤੋਂ ਜਲਦੀ ਅਸੀਂ 에ਅਰਬੋਰਨ ਹੋ ਜਾਈਏ। ਜਹਾਜ਼ ਨੂੰ ਸਟਾਰਟ ਕਰਨਾ ਪੈਂਦਾ, ਉਹਨੂੰ ਉਹਦੇ ਬਾਅਦ ਨਿਕਲਣਾ, ਰਨਵੇ ਲਈ ਜਾਣਾ, ਟੇਕ ਆਫ ਕਰਨਾ। ਸੋ ਇਸ ਤਿਆਰੀ 'ਚ ਅਸੀਂ ਹੁੰਦੇ ਕਿ ਤੁਹਾਨੂੰ ਕਰਕੇ ਵਾਰਨਿੰਗ ਜਿਹੜੀ ਹੈ ਨਾ ਬਾਹਰੋਂ ਦੁਸ਼ਮਣ ਦੀ ਆਉਣ ਦੀ ਬਹੁਤ ਥੋੜੀ ਮਿਲਦੀ ਹੈਗੀ ਹੈ। ਬਿਕੋਜ਼ ਯੂ ਕੈਨੋਟ, ਜਿਹਨੀ ਉਹਨਾਂ ਦੀ ਕੰਟਰੀ ਜਦੋਂ ਆਪਣੇ ਕੰਟਰੀ 'ਚ ਹੁੰਦਾ, ਉਹਦੇ ਬਾਰੇ ਅਸੀਂ ਨਹੀਂ ਉਹਨਾਂ ਨੂੰ ਅਟੈਕ ਕਰਨਾ ਚਾਹੁੰਦੇ। ਨੈਚੁਰਲੀ ਜੇ ਸਾਡੇ ਹਮਲਾ ਕਰਨ ਆ ਰਹੇ ਤਾਂ ਹੀ ਕਰ ਸਕਦੇ ਆ। ਸੋ ਉਸ ਦਿਨ ਦੀ ਜੋ ਵਾਕਿਆ ਤੁਸੀਂ ਪੁੱਛ ਰਹੇ ਹੋਗੇ ਆ ਕਿ ਇਹ ਵੀ ਕਹਿੰਦੇ ਕਿ ਤੁਸੀਂ ਇਹ ਜਿੱਦਾਂ ਡਿਊਟੀ ਹੁੰਦੀਆਂ, ਗਾਰਡ ਡਿਊਟੀ ਕਰ ਰਹੇ, ਜਾਨੀ ਚੁਕਾਨ ਹੁੰਦੇ ਹੈਗੇ ਕਿ ਤੁਹਾਨੂੰ ਕੋਈ ਮੌਕਾ ਮਿਲੇ, ਕੋਈ ਦੁਸ਼ਮਣ ਆਵੇ ਫਰਮ ਸਾਡੇ ਜਿਹੜੀ ਟ੍ਰੇਨਿੰਗ ਹੈ ਕਿ ਹੁਣ ਉਹਨੂੰ ਅਸੀਂ ਜਿਹਨੂੰ ਕਹਿੰਦੇ ਗਿਰਾ ਸਕੀਏ, ਉਹਨੂੰ ਇਹ ਕਰਨ ਨਾ ਦੇਈਏ। ਸੋ ਮੈਂ ਉਹ ਜਿਹੜੀ ਸਾਡੀ ਇਹ ਜਿਹੜੀ ਡਿਊਟੀ ਹੁੰਦੀ ਸੀ, ਇਹ 4-4 ਘੰਟੇ ਦੀ ਲੱਗਦੀ ਹੁੰਦੀ ਸੀ। ਤੁਸੀਂ ਜਰਿੰਗ ਏਅਰਕ੍ਰਾਫਟ ਵਿੱਚ ਸਟੈਪਡ ਅਪ ਸੀ। ਸੋ ਮੈਂ ਲੱਕੀ ਸਮਝਦਾ ਕਿ ਉਸ ਦਿਨ ਅਸੀਂ ਡਿਊਟੀ ਸੀ, ਮੇਰੇ ਨਾਲ ਮੇਰਾ ਦੂਜਾ ਜਿਹੜਾ ਸਾਥੀ, ਯਾਨੀ ਵੀ 2 ਏਅਰਕ੍ਰਾਫਟ ਹੁੰਦੇ ਸੀ, ਉਹਦਾ ਨਾਮ ਸਿੱਧੂ ਸੀਗਾ। ਹੀ ਇਜ਼ ਨੋ ਵਨ ਨਾਓ, ਇਟ ਇਜ਼ ਅ ਬਿਗ ਮੈਮਰੀ, ਅਗੇਨ ਇਮੋਸ਼ਨਲ ਲਾਸ, ਪਰ ਉਹਦੇ ਬਾਰੇ ਫਿਰ ਗੱਲ ਕਦੀ ਕਰਾਂਗੇ। ਉਹ ਮੇਰੇ ਨਾਲ ਅਸੀਂ ਸੀਗਾ, ਉਹ ਪਟਿਆਲੇ ਦਾ ਲੜਕਾ ਸੀਗਾ। ਅਸੀਂ ਦੋਏ ਬੜੀ ਯੰਗ ਉਮਰ, 21-22 ਸਾਲ ਸਾਡੀ ਉਮਰ ਸੀਗੀ। ਸੋ ਤੁਸੀਂ ਆਪਣੇ ਹੈਲਮਟ ਲਾ ਕੇ ਬੈਠੇ ਕਿ ਆ ਗਿਆ ਕਿ ਐਨਮੀ ਇਜ਼ ਕਮਿੰਗ, ਸਟਾਰਟ ਗੋ। ਓਕੇ, ਜਿੱਦਾਂ ਹੀ ਅਸੀਂ ਜਹਾਜ਼ ਸਟਾਰਟ ਕੀਤਾ, ਨਿਕਲੇ ਬਾਹਰ, ਉਹ ਉਹਨੇ 'ਚ ਜਿਹੜੇ 3 ਜਹਾਜ਼ ਜਿਹੜੇ ਸੀਗੇ ਉਹ ਪਾਕਿਸਤਾਨ ਵੱਲੋਂ
ਆਪਣੀ ਅਟੈਕ ਲਈ ਆਉਣ ਲੱਗ ਪਏ ਸੀ। ਅਸੀਂ ਦੇਖਿਆ, ਸਾਨੂੰ ਹੁਣ ਅਸੀਂ ਤਾਂ ਬਾਹਰ ਆ ਗਏ ਸੀ, ਅਸੀਂ ਰਾਦਰ ਐਕਸਪੋਜ਼ਡ, ਉਹ ਸਾਨੂੰ ਵੀ ਗਿਰਾ ਸਕਦੇ ਸੀਗੇ। ਬਲਕਿ ਇੱਕ ਜਿਹੜਾ ਜਹਾਜ਼ ਸੀ ਉਹਨੇ ਮੇਰੇ ਉੱਤੋਂ ਦੀ ਜਾ ਕੇ ਅੱਗੇ ਜਾ ਕੇ ਉਹਨੇ ਬੰਬ ਰਨਵੇ ਦੇ ਉੱਤੇ ਸਿੱਟਿਆ। ਨਾ ਉਸ ਟਾਈਮ ਤੇ ਉਹ ਸੀਗਾ ਟਾਈਮ ਜਿਹੜੀ ਕਿ ਨਾ ਯੂ ਆਰ ਐਕਸਪੋਜ਼ ਕਿ ਮੈਂ ਮੁੜ ਕੇ ਵਾਪਸ ਜਹਾਜ਼ 'ਚ ਜਾ ਸਕਦਾ ਨਹੀਂ, ਪਰ ਉਸ ਟਾਈਮ ਮੈਨੂੰ ਹੋਰ ਕੁਛ ਨਹੀਂ ਸੁਝਿਆ, ਇਹ ਆ ਗਏ ਆ, ਇਹਨਾਂ ਨੂੰ ਛੱਡਣਾ ਨਹੀਂ ਹੈ। ਸੱਚੀ ਇਹ ਗੱਲ ਮੈਂ ਦੱਸ ਰਿਹਾ ਕਿ ਬੜੀ ਇਮੋਸ਼ਨ ਹੈ, ਬਿਕੋਜ਼ ਯੂ ਆਰ ਅੰਡਰ ਅਟੈਕ ਟੂ ਟੇਕ ਆਫ ਔਰ ਨਾਟ ਟੇਕ ਆਫ। ਮੈਨੂੰ ਉੱਥੋਂ ਆਰਡਰ ਇੱਕ ਵਾਰੀ ਦੇ ਦਿੱਤਾ ਟੇਕ ਆਫ, ਕਲੀਅਰ ਟੂ ਗੋ ਫॉर ਦ ਸਟ੍ਰਾਈਕ ਹੋ ਗਿਆ। ਸੋ ਮੈਂ ਜਿੱਦਾਂ ਪਹਿਲਾ ਜਹਾਜ਼ ਜਿੱਦਾਂ ਅਟੈਕ ਕੀਤਾ, ਬੰਬ ਉੱਥੇ ਗਿਰਿਆ ਤੇ ਮੈਂ ਆਪਣਾ ਰਨਵੇ ਜਹਾਜ਼ ਸਪੀਡ ਖੋਲੀ ਤਾਂ ਆਪਣਾ ਚੱਲ ਪਿਆ, ਟੇਕ ਆਫ ਰਨ ਲਈ ਜਾ ਰਿਹਾ ਸੀ। ਨਾਲ ਹੀ ਮੇਰਾ ਸਿੱਧੂ ਜਿਹੜਾ ਨੰਬਰ 2 ਸੀਗਾ, ਉਹਨੇ ਦੇਖਿਆ ਇਹ ਜਾ ਰਿਹਾ ਤਾਂ ਉਹ ਵੀ ਮੇਰੇ ਮਗਰ, ਯਾਨੀ ਵੀ ਆਰ ਸਪੋਜ਼ਡ ਟੂ ਗੋ ਐਸ ਟੂ ਏਅਰਕ੍ਰਾਫਟ। ਸੋ ਦੈਟ ਇਜ਼ ਵਨ ਪਾਰਟ ਕਿ ਐਜ਼ ਆਈ ਵਾਜ਼ ਨਾਓ ਗੈਟਿੰਗ 에ਅਰਬੋਰਨ, ਕਿ ਜਿਹੜਾ ਦੂਜਾ ਤੀਜਾ ਜਹਾਜ਼ ਜਿਹੜਾ ਪਿੱਛੇ ਸੀਗਾ ਸੀ, 9 ਜਦੋਂ ਤੁਸੀਂ ਟੇਕ ਆਫ ਕਰਦੇ ਤੁਸੀਂ 0 ਸਪੀਡ ਤੇ ਟੇਕ ਆਫ ਕਰ ਰਹੇ ਹੋ, ਟੇਕ ਆਫ 150 ਨੋਟਸ ਦੀ ਸਪੀਡ, 250 ਦੇ 300 ਕਿਲੋਮੀਟਰ ਦੀ ਕੋਲ ਸਪੀਡ ਹੁੰਦੀ ਹੈ। ਉਹ ਟੇਕ ਆਫ ਕਰੇ, ਜਿਹੜੇ ਅਟੈਕ ਕਰਨ ਵਾਲੇ 840 ਤੇ ਆ ਰਿਹਾ, ਇਹ ਬਲਕਿ ਜਿਹੜੇ ਆ ਰਿਹਾ ਤਾਂ ਉਹਨਾਂ ਨੇ ਦੇਖਿਆ ਨਾਓ ਦੈਟ ਵੀ ਆਰ ਗੈਟਿੰਗ 에ਅਰਬੋਰਨ, ਉਹਨਾਂ ਦੀ ਜੋ ਅਟੈਕ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਪਹਿਲੀ ਗੱਲ ਤਾਂ ਉਹੀ ਉਹ ਚੀਜ਼ ਉਹ ਵੀ ਘਬਰਾ ਗਏ, ਇਨ ਦਾ ਸੈਂਸ ਉਹਨਾਂ ਨੂੰ ਉਹ ਕੰਸਨਟਰੇਟ ਕਰ ਹੀ ਨਹੀਂ ਸਕੇ ਇਹਨੂੰ ਅਟੈਕ ਲਈ। ਉਹਨਾਂ ਨੂੰ ਪਤਾ ਕਿ ਅਸੀਂ ਵੀ ਏਅਰ ਡਿਫੈਂਸ ਵਾਲੇ ਹੁਣ 에ਅਰਬੋਰਨ ਹੋ ਰਹੇ ਆ। ਸੋ ਪਹਿਲੀ ਗੱਲ ਉਹ ਮੇਰੇ ਟੇਕ ਆਫ ਕਰਨ ਕਰਕੇ ਅੱਧੀ ਚੀਜ਼ ਉੱਤੇ ਹੀ ਵਿਕਟਰੀ ਹੋ ਗਈ। ਬੇਸ਼ੱਕ ਮੈਂ ਵੀ ਆਈ ਕੁਡ ਹੈਵ ਆਲਸੋ ਬੀਨ ਸ਼ਾਟ ਆਫ ਕਿ ਉਹ ਉਹਨਾਂ ਦਾ ਅਟੈਕ ਉਹ ਰੁਕ ਗਿਆ ਇੱਕ ਤਰੀਕੇ ਦੇ ਨਾਲ। ਘਬਰਾ ਗਏ ਸੀ ਉਸ ਸਮੇਂ, ਘਬਰਾ ਗਏ, ਜਾਨੀ ਕਿ ਜੋ ਕਰਨਾ ਤੁਸੀਂ ਦੇਖ ਰਹੇ ਕਿ ਤੁਸੀਂ ਜਿੱਥੇ ਅਟੈਕ ਕਰਨਾ ਕਿ ਅਸੀਂ ਟੇਕ ਆਫ ਕਰ ਲਏ, ਤੁਹਾਨੂੰ ਉਹਨਾਂ ਨੂੰ ਵੀ ਪਤਾ ਹੈ ਕਿ ਹੁਣ ਉਹਨਾਂ ਅਸੀਂ ਪਿੱਛੇ ਲੱਗ ਸਕਦੇ ਹਾਂ। ਸੋ ਉਹਨਾਂ ਦੋਵਾਂ ਦੀ ਅਟੈਕ, ਇੱਕ ਦੀ ਪਹਿਲਾਂ ਸਕਸੈਸਫੁਲ ਹੋਈ ਪਰ ਉਹ ਵੀ ਚੰਗੀ ਤਰ੍ਹਾਂ ਰਨਵੇ ਤੇ ਲੱਗਿਆ ਨਹੀਂ ਬੰਬ, ਅਸੀਂ ਉਹਦੇ ਥਰੂ ਗਏ ਤਾਂ ਦੂਜਾ ਅਸੀਂ ਜਿੱਦਾਂ ਟੇਕ ਆਫ ਕੀਤਾ, ਬਲਕਿ ਮੇਰੇ ਰਾਈਟ ਤੋਂ ਮੋਰੇ ਇਹ ਦੂਜਾ ਤਾਂ ਤੀਜਾ ਜਹਾਜ਼ ਗਿਆ ਤਾਂ ਮੇਰਾ ਸੀਓ ਦੇ ਆਰਡਰ ਪਿੱਛੇ it was so much excitement now that I said get him ਹੋਤੀ ਬਹੁਤ ਮੇਰੇ ਔਰ ਵਾਇਰਲੈਸ ਦੇ ਉੱਤੇ ਮੈਨੂੰ ਰੌਲਾ ਪਾ ਰਿਹਾ। ਸੋ ਤੁਸੀਂ ਦੇਖਦੇ ਹੋ ਕਿ ਕੀ ਉਸ ਟਾਈਮ ਤੇ ਜਜ਼ਬਾਤ ਹੁੰਦੇ ਹੈਗੇ, ਬੰਦਾ ਇਟ ਇਜ਼ ਅ ਵੈਰੀ ਕੁਇਕ ਰਿਐਕਸ਼ਨ, ਘਬਰਾਉਂਦਾ ਵੀ ਹੈ, ਤੁਹਾਡੇ ਵੀ ਪਿੱਛੇ ਹੈ ਕੀ ਹੋਣਾ ਕੀ ਹੋ ਰਿਹਾ, ਬਿਕੋਜ਼ ਪਿਕਚਰ ਇਜ਼ ਨਾਟ ਵੈਰੀ ਯੈਟ ਕਲੀਅਰ, ਤੁਸੀਂ ਹਾਲੇ ਗਰਾਊਂਡ ਤੇ। ਬਟ ਠੀਕ ਹੈ, ਆਪਣਾ ਹੌਸਲਾ ਰੱਖਿਆ ਕੀਤਾ। ਜਾਨੀ ਇਹ ਸਾਰੀ ਗੱਲਾਂ ਮੇਰੇ ਐਕਚੁਅਲੀ ਨੰਬਰ 2 ਜਿਹੜਾ ਸਿੱਧੂ ਸੀ ਮੇਰੇ ਪਿੱਛੇ ਸੀ, ਉਹ ਮੈਨੂੰ ਉਹ ਸਾਰੀਆਂ ਦੱਸ ਰਿਹਾ ਕਿ ਉਹ ਕਰਕੇ ਉਹ ਵੀ ਜਿੱਦਾਂ ਤੂੰ ਕਰੀ ਯਾਰ ਉਹ ਵੀ ਮੇਰੇ ਪਿੱਛੇ ਮੇਰੀ ਸਪੋਰਟ ਲਈ ਸੀਗਾ। ਸੋ ਵੀ ਟਰਨ, ਉਹਨੇ ਏਕਰਾਮ ਨੇ ਟਰਨ ਰਾਈਟ ਕੀਤਾ, ਮੈਂ ਵੀ ਬਿਲਕੁਲ ਟਰਨ ਰਾਈਟ ਕੀਤਾ। ਉਹਨਾਂ ਨੇ ਆਫਟਰ ਬਰਨਰ ਸਾਦੇ ਆਪਣੀ ਸਪੀਡ ਕਰਨ ਨੂੰ ਸੀ। ਮਿਰਾਜ ਵਾਜ਼ ਅ ਵੈਰੀ ਸੁਪੀਰੀਅਰ ਏਅਰਕ੍ਰਾਫਟ, ਇਜ਼ ਅ ਮਚ ਲੇਟਰ ਏਅਰਕ੍ਰਾਫਟ ਟੂ ਨੈਟ, ਇਹ ਮਚ ਲੇਟਰ ਏਅਰਕ੍ਰਾਫਟ ਸੀਗਾ। ਤਾਂ ਉਹਦੇ ਪਿੱਛੇ ਲੱਗੇ ਨਾ, ਓਨਲੀ ਥਿੰਗ ਵਾਜ਼ ਦੈਟ ਉਹਨਾਂ ਦੀ ਸਪੀਡ ਜ਼ਿਆਦਾ ਸੀਗੀ, ਪਰ ਮੈਨੂੰ ਪਤਾ ਆਫਟਰ ਬਰਨਰ ਕਦੀ ਤਾਂ ਕਦੀ ਨੂੰ ਆਫ ਕਰਨਾ। ਸ਼ਾਮ ਦਾ ਟਾਈਮ ਸੀਗਾ, ਹਨੇਰਾ ਜਿਹਾ ਹੋ ਰਿਹਾ ਸੀਗਾ, ਬਿਲਕੁਲ ਅੱਖਾਂ ਮੈਂ ਆਪਣੀਆਂ ਬੰਦ ਵੀ ਨਹੀਂ ਕਰ ਰਿਹਾ ਸੀ ਕਰਕੇ ਉਹ ਦੁਸ਼ਮਣ ਦਾ ਜਹਾਜ਼ ਜਾਨੀ ਕਿ ਉਹ ਤੁਹਾਡੀ ਆਈ ਸਾਈਡ ਤੋਂ ਚਲਿਆ ਨਾ ਜਾਵੇ, ਡਿਸਟੈਂਸ ਕਾਫੀ ਵੱਧ ਗਿਆ ਸੀਗਾ। ਪਰ ਉਹ ਆਫਟਰ ਬਰਨਰ ਇੰਨਾ ਕਿ ਜ਼ਿਆਦਾ ਦੇਰ ਤੱਕ ਔਨ ਨਹੀਂ ਕਰ ਸਕਦਾ ਸੀ, ਮੈਂ ਬਸ ਲਾਈਟਾਂ ਦੇ ਪਿੱਛੇ ਮੈਂ ਜਾਈ ਜਾ ਰਿਹਾ ਸੀ। ਮੈਂ ਕਿਹਾ ਹੁਣ ਵੀ ਆਫਟਰ ਬਰਨਰ ਉਹੀ ਗੱਲ ਹੋਈ, ਨੇ ਆਫਟਰ ਬਰਨਰ ਆਫ ਕੀਤਾ, ਸਾਡੀ ਤਾਂ ਤੇ ਕਾਫੀ ਸਪੀਡ ਹੋ ਗਈ। ਐਂਡ ਬਾਈ ਦ ਟਾਈਮ ਵੀ ਆਰ ਰੀਚਡ ਓਵਰ ਲਾਹੌਰ ਪਿੱਛੇ no there also my squadron also CEO was worried कि जो भी है कि come back because now you are gone into hostile territory कि ਅਸੀਂ ਵੀ ਜਿਸ ਤਰੀਕੇ ਨਾਲ ਹੈਗੇ ਆ their interceptors can come and get ਪਾਕਿਸਤਾਨ ਚ ਜਾ ਕੇ ਉਹਨਾਂ ਨੂੰ ਹੀ ਹਰਾ ਕੇ ਆਏ ਹੋ। ਸੋ ਇਸੀ ਤਰੀਕੇ ਨਾਲ ਤੁਸੀਂ ਸਮਝੋ। ਪਰ ਮੈਂ ਤੁਹਾਨੂੰ ਜਿਹੜੀ ਅਸਲੀ ਗੱਲ ਹੈ ਇਸ ਤਰੀਕੇ ਨਾਲ ਹੋਈ ਕੱਲ, ਜਾਨੀ ਕਿ ਮੈਨੂੰ ਵੀ ਉਸ ਇਨ ਸਿਚੁਏਸ਼ਨ ਚ ਵਿੱਚ ਨਾ ਜੇ ਉਹ ਥੋੜਾ ਚਿਰ ਪਹਿਲਾਂ ਆ ਜਾਂਦੇ ਕਿ ਉਹ ਸਾਡੇ ਤੇ ਕਾਫੀ ਨੁਕਸਾਨ ਕਰ ਸਕਦੇ ਸੀ। ਸਪੋਜ਼ ਆਈ ਹੈਡ ਗੋਟ ਅਬਾਊਟ 30 seconds ਪਹਿਲਾਂ ਮੈਂ ਉੜ ਜਾਂਦਾ, ਤਾਂ ਮੇਰੀਆਂ ਟੇਕ ਆਫ ਸਪੀਡ ਹੁੰਦੀਆਂ ਤਾਂ ਉਸ ਟਾਈਮ ਤੇ ਉਹਨਾਂ ਨੂੰ ਵੀ would have been very very close maneuvering to fight them and to even shoot them down. I would have been a different hero today. ਸਰ 3 ਦਸੰਬਰ ਤੋਂ 16 ਦਸੰਬਰ ਤੱਕ ਇਹ ਜੰਗ ਚੱਲੀ, ਕਿੰਨੇ ਮਿਸ਼ਨਸ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਸੀ ਉਸ ਸਮੇਂ? ਹਾਂ, ਇਹ ਜਿਹੜਾ ਜਿਹਨੂੰ ਰੋਜ਼ ਜਿੱਦਾਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਹੌਸਲਾ ਹੁੰਦਾ, ਜਦੋਂ ਮੇਰੇ ਪਾਇਲਟਸ ਜਿਹੜੇ ਨਾਲ ਦੇ ਸੀ ਸਾਰੇ ਇੱਕ ਦੂਜੇ ਨਾਲ ਲੜਦੇ ਹੁੰਦੇ ਸੀਗੇ ਕਿ ਮੇਰੀ ਵਾਰੀ ਆਏ ਮੇਰੀ ਵਾਰੀ ਆਏ। ਉਹ ਹਰ ਇੱਕ ਦਿਨ ਸਕੁਆਡਰਨ ਦੀ ਜਿਹੜਾ ਸੀਗਾ ਅਸੀਂ 10-15 ਕੋਈ ਮਿਸ਼ਨਸ ਹੁੰਦੀਆਂ ਸੀਗੀਆਂ। ਵੀ ਆਰ ਆਈ ਥਿੰਕ ਅਬਾਊਟ 18 or 19 ਟੋਟਲ ਪਾਇਲਟਸ ਜਿਹੜੇ ਐਕਟਿਵ, ਅਬਾਊਟ 14-15 ਸੀਗੇ। ਕਿ ਇਸ ਤਰੀਕੇ ਨਾਲ ਅਸੀਂ ਕਈ ਵਾਰੀ ਇੱਕ ਦਿਨ ਦੀ ਇੱਕ ਸੌਟੀ ਦਾ ਹੀ ਤੁਹਾਡੀ ਵਾਰੀ ਆਉਂਦੀ ਸੀਗੀ। ਹੁਣ ਇਹ ਚੀਜ਼ ਹੁੰਦੀ ਹੈ ਤੁਸੀਂ ਆਰ ਏ ਡਿਫੈਂਸ, ਤੁਹਾਡੇ ਉਸ ਟਾਈਮ ਤੇ ਤੁਹਾਡੀ ਡਿਊਟੀ ਦੇ ਵਿੱਚ ਜਿੱਦਾਂ ਤੁਹਾਡੀ ਡਿਊਟੀ ਲੱਗੀ, ਗਾਰਡ ਡਿਊਟੀ ਟਾਈਪ ਲੱਗੀ ਹੈ, ਤੁਹਾਡੇ ਉਸ ਟਾਈਮ 'ਚ ਕੀ ਚੀਜ਼ ਹੁੰਦੀ ਹੈਗੀ। ਸੋ ਮੈਨੂੰ ਏਦਾਂ 14 ਮਿਸ਼ਨਸ ਕਰਨ ਦਾ ਮੌਕਾ ਮਿਲਿਆ। ਹਾਂ ਸਰ, ਤੁਸੀਂ ਡਿਊਟੀ ਕਦੋਂ ਜੁਆਇਨ ਕੀਤੀ ਸੀ? ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਨੂੰ ਉਸ ਸਮੇਂ ਤੁਹਾਡੀ ਟ੍ਰੇਨਿੰਗ ਪੂਰੀ ਹੋ ਚੁੱਕੀ ਸੀ, ਇਸ ਕਰਕੇ ਤੁਸੀਂ ਉਸੇ ਐਜ਼ ਏ ਪਾਇਲਟ ਜਿਹੜਾ ਕੰਮ ਕੀਤਾ ਸੀਗਾ ਉਸ ਸਮੇਂ। ਤੁਸੀਂ ਡਿਊਟੀ ਕਦੋਂ ਜੁਆਇਨ ਕੀਤੀ ਸੀ ਤੇ ਟ੍ਰੇਨਿੰਗ ਕਦੋਂ ਪੂਰੀ ਹੋਈ?
ਕਿੰਨੇ ਡਿਊਟੀ ਤੋਂ ਕਿੰਨੇ ਸਮੇਂ ਬਾਅਦ ਜਿਹੜਾ ਤੁਹਾਨੂੰ ਇਹ ਕਰਨ ਦਾ ਮੌਕਾ ਮਿਲਿਆ ਸੀ? ਸੋ ਇਹ ਤਾਂ ਮੈਂ ਦੱਸ ਰਿਹਾ ਕਿ ਸੀ ਮੈਂ ਨੈਸ਼ਨਲ ਡਿਫੈਂਸ ਅਕੈਡਮੀ ਚ ਦੇ ਥਰੂ ਗਿਆ। ਉਹ ਤੋਂ ਪਹਿਲਾਂ ਮੈਂ ਸੈਨਿਕ ਸਕੂਲ ਕਪੂਰਥਲਾ ਦਾ ਵਨ ਦਾ ਫਰਸਟ ਬੈਚ ਦਾ ਸਟੂਡੈਂਟ ਸੀਗਾ ਐਂਡ ਆਈ ਵਾਜ਼ ਸਿਲੈਕਟਡ ਟੂ ਐਨਡੀਏ ਇਨ ਮਾਈ ਫਰਸਟ ਅਟੈਂਪਟ ਇਨ 1965 ਉਹ ਐਨਡੀਏ ਦੀ 3 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ। ਉਹ ਟ੍ਰੇਨਿੰਗ ਮੇਰੀ ਜਿਹੜੇ 68 ਚ ਖਤਮ ਹੋਈ। ਉਹ ਤੋਂ ਬਾਅਦ 에ਅਰਫੋਰਸ ਟ੍ਰੇਨਿੰਗ ਸ਼ੁਰੂ ਹੁੰਦੀ ਹੈ। 에ਅਰਫੋਰਸ ਟ੍ਰੇਨਿੰਗ ਬਿਫੋਰ ਯੂ ਬਿਕਮ ਪਾਇਲਟ ਔਰ ਯੂ ਜਿਹਨੂੰ ਕਹਿੰਦੇ ਪਾਇਲਟ ਬਣਨਾ is an officer and wings ਮਿਲਣਾ ਕਿ now you are capable of flying, ਉਹ 1.5 ਸਾਲ ਦੀ ਟ੍ਰੇਨਿੰਗ ਹੁੰਦੀ। ਤੁਸੀਂ 3 ਜਹਾਜ਼ਾਂ ਦੇ ਉੱਤੇ ਕਰਦੇ ਹੋਗੇ। 6 ਮਹੀਨੇ ਦੀ ਟ੍ਰੇਨਿੰਗ ਹੈ। ਇੱਕ ਪਹਿਲਾਂ ਬਿਦਾਰ ਵਿੱਚ ਹੁੰਦੀ ਹੈ, ਉਹਦੇ ਵਿੱਚ ਸਾਡੇ ਕੋਲ ਜਿਹੜਾ ਜਹਾਜ਼ ਉਸ ਤੇ ਹਿੰਦੁਸਤਾਨ ਟ੍ਰੇਨਰ ਪਿਸਟਨ ਇੰਜਨ ਜਹਾਜ਼ ਹੁੰਦਾ ਸੀਗਾ, ਉਹਦੇ ਤੇ ਤੁਸੀਂ ਫਲਾਈਂਗ ਕਰਦੇ 40 ਘੰਟੇ। ਫਿਰ ਉਹਦੇ ਬਾਅਦ ਜੋਧਪੁਰ ਆਉਂਦੇ, ਉੱਥੇ ਟੈਕਸਨ ਜਹਾਜ਼ ਹਾਵਰਡ T6G ਉਹਨੂੰ ਸੱਦਦੇ ਆ, ਉਹ ਜਹਾਜ਼ ਹੁੰਦਾ, ਉਹਦੇ ਤੇ ਅਬਾਊਟ 85 ਆਵਰਸ। ਫਿਰ ਤੁਹਾਡਾ ਚ ਨਾ ਡਿਸਾਈਡ ਕਰਦੇ ਤੁਸੀਂ ਫਾਈਟਰ ਪਾਇਲਟ ਬਣਨਾ, ਹੈਲੀਕਾਪਟਰ ਬਣਨਾ, ਟਰਾਂਸਪੋਰਟ ਬਣਨਾ। ਸੋ ਹਾਂ ਜਿਹੜੇ ਥੋੜਾ ਬਹੁਤ ਸਕਿੱਲਸ ਆ ਲਿਟਲ ਬਿਟ ਸ਼ਾਰਪਰ ਔਰ ਵਟਐਵਰ ਦ ਵੇ ਆਫ ਸਿਸਟਮ ਇਜ਼, ਆਈ ਵਾਜ਼ ਸੈਂਟ ਟੂ ਫਾਈਟਰਸ ਐਂਡ ਅਸੀਂ ਉਹ ਸਿਕੰਦਰਾਬਾਦ ਟ੍ਰੇਨਿੰਗ ਗਏ। ਅਸੀਂ ਉਸ ਟਾਈਮ ਦੇ ਵੰਪਾਇਰ ਜਹਾਜ਼ ਦੇ ਵਿੱਚ ਉਹ ਫਾਈਟਰ ਪਾਇਲਟ ਦੀ ਟ੍ਰੇਨਿੰਗ ਹੁੰਦੀ। ਉਹ ਕੰਪਲੀਟ ਕਰਕੇ ਯੂ ਬਿਕਮ ਅ ਫੁੱਲ ਫਲੈਜਡ ਪਾਇਲਟ, okay, where you get your wings and rings as we call it। ਉਹ ਮੇਰੀ December 20th I got commissioned, I was just 20 years old। ਤੋ ਉਸ ਤੋਂ ਬਾਅਦ ਤੁਹਾਡੀ ਜਿਹੜੀ ਜਰਨੀ ਸ਼ੁਰੂ ਹੁੰਦੀ ਤਾਂ ਯੂ ਆਰ ਇਮੀਡੀਏਟਲੀ ਜਿੱਦਾਂ ਨਿਊ ਜਿਹੜੇ ਪਾਇਲਟਸ ਹੁੰਦੇ ਯੂ ਆਰ ਸੈਂਟ ਟੂ ਆਪਰੇਸ਼ਨਲ ਟ੍ਰੇਨਿੰਗ ਯੂਨਿਟ। 6 ਮਹੀਨੇ ਦੀ ਉਹ ਟ੍ਰੇਨਿੰਗ ਹੁੰਦੀ ਹੈ। ਉਸ ਟ੍ਰੇਨਿੰਗ ਅਸੀਂ ਜਾਮਨਗਰ ਗਏ, ਹੰਟਰ ਏਅਰਕ੍ਰਾਫਟ 'ਚ ਅਸੀਂ ਉਹ ਟ੍ਰੇਨਿੰਗ ਕੀਤੀ। ਉਹਦੇ ਬਾਅਦ ਨਾਓ ਯੂ ਆਰ ਰੈਡੀ ਟੂ ਗੋ ਬੈਕ ਟੂ ਐਨੀ ਸਕੁਆਡਰਨ। ਹੁਣ ਉਹ ਸਕੁਆਡਰਨ ਸਾਡੀ ਮੈਟੂ ਸਕੁਆਡਰਨ 'ਚ ਆਇਆ ਜਿਹੜੇ ਨੈਟਸ ਦੇ ਵਿੱਚ ਸੀਗੇ। ਹੁਣ ਇਹ ਵੀ ਇੱਕ ਨਵਾਂ ਜਹਾਜ਼, ਉਹਦੇ ਲਈ ਵੀ ਉਹਦੀ ਟ੍ਰੇਨਿੰਗ ਕਰਨੀ। ਹੁਣ ਉਹਨੂੰ ਸਾਨੂੰ ਇਹ ਟ੍ਰੇਨਿੰਗ ਕਰਦੇ ਕਰਦੇ ਜਾਣੀ ਕਿ ਅਸੀਂ ਇਹ 71 ਫਰਵਰੀ ਮਾਰਚ ਦੀ ਗੱਲ ਹੈ ਕਿ ਅਸੀਂ ਆਪਰੇਸ਼ਨਲ ਹੋ ਗਏ। ਯਾਨੀ ਕਿ ਥੋੜੀ ਜਿਹੀ ਜੇ ਬਾਅਦ 'ਚ ਜੇ ਕਮਿਸ਼ਨ ਮਿਲਿਆ ਤਾਂ ਸਾਡੀ ਵਾਰੀ ਨਹੀਂ ਆਉਣੀ ਸੀਗੀ। ਔਰ ਅਸੀਂ ਵੀ ਕੁਦਰਤੀ ਇਹ ਦੇਖੋ ਮਾਹੌਲ ਬਣਿਆ ਹੈ, ਜਹਾਜ਼ ਠੀਕ, ਵੈਦਰ ਠੀਕ, ਤੁਸੀਂ ਅਵੇਲੇਬਲ, ਕੁਛ ਹੋਰ ਨਹੀਂ, ਕੋਈ ਕੋਰਸ ਨਹੀਂ, ਕੁਛ ਨਹੀਂ ਆਇਆ, ਇਹ ਸਾਰਾ ਕੁਛ ਹੋ ਗਿਆ ਬਿਕੋਜ਼ ਅਸੀਂ ਸਭ ਤੋਂ ਜੂਨੀਅਰ ਮੋਸਟ ਇਨ ਦ ਇੰਡੀਅਨ 에ਅਰਫੋਰਸ ਹੂ ਫੌਟ ਦੀ ਵਾਰ। ਇਸ ਤੋਂ ਜ਼ਿਆਦਾ ਇੰਨਾ ਟਾਈਮ ਤਾਂ ਲੱਗਦਾ ਹੀ ਹੈ ਟ੍ਰੇਨਿੰਗ ਨੂੰ। ਔਰ ਉਹ ਕੁਦਰਤੀ ਯਾਨੀ ਕਿ ਜਦੋਂ ਸੀ ਕਿ ਸਾਰਾ ਕੁਝ ਠੀਕ ਚੱਲਿਆ ਤਾਂ ਹੋ ਗਈ। ਇਹ ਸਾਨੂੰ ਤਾਂ ਹੀ ਕਹਿਣਾ ਸੀ ਜੋ ਮੈਂ ਬੜਾ ਕਦੇ ਵੀ ਉਹਦੇ ਜੂਨੀਅਰ ਮੋਸਟ ਟੂ ਫਾਈਟ ਦੀ 71 ਵਾਰ। ਸਰ ਉਮਰ ਕਿੰਨੀ ਸੀ ਤੁਹਾਡੀ ਉਸ ਸਮੇਂ? ਦੱਸ ਲੱਗਦਾ ਹੈ ਕਿ ਬਹੁਤ ਛੋਟੀ ਉਮਰ ਸੀਗੀ ਉਸ ਵੇਲੇ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 20 ਸਾਲ ਦੀ ਉਮਰ ਦੇ ਵਿੱਚ ਟ੍ਰੇਨਿੰਗ ਪੂਰੀ ਕੀਤੀ ਸੀ। ਹਾਂ, ਸੋ ਤੁਹਾਨੂੰ ਦੱਸਿਆ ਨੈਸ਼ਨਲ ਡਿਫੈਂਸ ਅਕੈਡਮੀ 15 ਐਂਡ ਹਾਫ ਅਸੀਂ ਚਲੇ ਗਏ। ਸੋਚਦੇ 15 ਐਂਡ ਹਾਫ ਇਜ਼ ਵੈਰੀ ਯੰਗ ਐਂਡ ਉਦੋਂ ਤੋਂ ਵਰਦੀ ਪਾ ਲਈ ਹੈ ਇੱਕ ਤਰ੍ਹਾਂ ਕੀ। ਐਂਡ ਲਾਈਕ 3 years NDA, 1.5 years 에ਅਰਫੋਰਸ ਟ੍ਰੇਨਿੰਗ। ਓਕੇ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਡੀਆਂ ਚਾਰ ਯੂ ਆਰ ਅਬਾਊਟ ਜਸਟ 19 and a half 20 ਜਦੋਂ ਤੁਸੀਂ ਪਾਇਲਟ ਬਣ ਜਾਂਦੇ ਹੋ ਪਾਇਲਟ। ਸੋ ਇਸ ਟਾਈਮ ਤੇ ਮੇਰੀ ਆਈ ਵਾਜ਼ ਇਨਟੂ ਮਾਈ 22nd year ਜਦੋਂ 22 ਸਾਲ ਦਾ ਸੀ ਜਦੋਂ 71 ਲੜਾਈ ਹੋ ਗਈ। ਬੇਸਿਕਲੀ 49 ਬੌਰਨ, ਸੋ 22 ਸਾਲ। ਸਰ ਤੁਸੀਂ ਜਦੋਂ ਉੱਥੇ ਆਰਮੀ ਦੇ ਵਿੱਚ ਸੀਗੇ, ਉੱਥੇ ਦਾ ਡਿਫੈਂਸ ਦੇ ਵਿੱਚ ਸੀਗੇ, ਬਹੁਤ ਸਾਰੇ ਜਿਹੜੇ ਤੁਹਾਡੀ ਟ੍ਰਾਂਸਫਰਸ ਵੀ ਹੋਈਆਂ ਹੋਣਗੀਆਂ, ਬਹੁਤ ਸਾਰੀਆਂ ਯਾਦਾਂ ਹੋਣਗੀਆਂ, ਕੁਝ ਅਜਿਹੀ ਯਾਦ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ? ਇਹ ਤਾਂ ਬਹੁਤ ਹੀ ਲੰਬੀ ਸਟੋਰੀ ਹੈ, 40 ਸਾਲ ਦੀ ਸਟੋਰੀ ਤੁਸੀਂ ਕਹਿ ਰਹੇ ਹੋ। ਹਾਂ ਕਿ ਯਾਦ ਜਿਹੜੇ ਤੁਹਾਡੇ ਦਿਲ ਦੇ ਕਰੀਬ ਹੋਵੇ। ਸਮ ਵੈਰੀ ਵੈਰੀ ਇੰਪੋਰਟੈਂਟ ਪਾਰਟਸ ਆਫ ਮਾਈ ਕੈਰੀਅਰ। ਮੈਂ MiG-21 ਦਾ ਵੀ ਪਾਇਲਟ ਰਹਿ ਚੁੱਕਾ ਹੈਗਾ। MiG-21 ਪਾਇਲਟ ਦਾ ਇੱਕੋ ਚੀਜ਼ ਹੈ ਕਿ ਮੇਰੇ ਕੋਲ ਜਿਹਨੂੰ ਕਹਿੰਦੇ ਆ ਇੱਕ ਮੈਂ ਜਿੱਦਾਂ ਸਾਡੀ 에ਅਰਫੋਰਸ ਸਲੈਂਗ ਲੈਂਗੁਏਜ ਔਰ ਲਿਟਲ ਬਿਟ ਜੋਕਿੰਗ ਲੈਂਗੁਏਜ, ਮੇਰੇ ਕੋਲ ਇੱਕ ਲੈਂਡਿੰਗ ਇੱਕ ਟੇਕ ਆਫ ਨਾ ਘੱਟ ਹੈ। ਯਾਨੀ ਕਿ ਮੈਂ ਟੇਕ ਆਫ ਕੀਤਾ ਪਰ ਮੈਂ ਉਤਰਿਆ ਨਹੀਂ। ਇਹ ਕਿੱਦਾਂ ਹੋ ਸਕਦਾ? ਦੈਟ ਮੀਨਸ ਇਨ MiG-21 in 1975 I was doing a mission from Halwara to Delhi over a firing range over there। ਮੇਰਾ ਇੰਜਨ ਸੀਜ਼ ਹੋ ਗਿਆ, ਸੋ ਐਂਡ ਆਈ ਹੈਡ ਟੂ ਇਜੈਕਟ। ਸੋ ਮੈਂ ਜਿਹਨੂੰ ਕਹਿੰਦੇ ਮੈਂ ਲੈਂਡ ਨਹੀਂ ਕੀਤਾ, ਮੈਨੂੰ ਇਜੈਕਸ਼ਨ ਸੀਟ ਦੇ ਨਾਲ ਆਇਆ, ਮੈਂ ਪੈਰਾਸ਼ੂਟ ਦੇ ਨਾਲ ਥੱਲੇ ਆਇਆ। ਮੇਰਾ ਜਹਾਜ਼ ਉਹ ਬਦਰਪੁਰ ਥਰਮਲ ਪਲਾਂਟ ਦੇ ਕੋਲ ਗਿਰਿਆ ਸੀ। ਇਟ ਵਾਜ਼ ਅਗੇਨ ਅ ਨੈਰੋ ਵਨ ਬਟ ਆਈ ਇਜੈਕਟਡ, ਆਈ ਐਮ ਸੇਫ। ਇਹ ਤੁਹਾਡੇ ਕੋਲ ਖੜਾ ਗੱਪਾਂ ਮਾਰਨ ਨੂੰ ਬਚ ਗਿਆ। ਸੋ ਇੱਕ ਆਹ ਗੱਲ ਯਾਦ ਆਉਂਦੀ ਆ। ਹੋਰ ਫਲਾਈਂਗ ਇਹੋ ਜਿਹੀ ਚੀਜ਼ ਹੈਗੀ, 5400-400 ਘੰਟਾ ਕੀਤਾ ਹੈ, ਮਸ਼ੀਨ ਹੈਗੀ ਆਫਟਰ ਆਲ। ਓਕੇ, ਸੇਫ ਬੜੇ ਯਾਨੀ ਕਿ ਜਹਾਜ਼ ਮੈਂ ਨੀਅਰਲੀ ਆਲ ਦ ਏਅਰਕ੍ਰਾਫਟ ਹੈਵ ਫਲੋਨ। ਉਹਨਾਂ ਦੇ ਵਿੱਚੋਂ MiG-23 ਮੈਂ ਕਮਾਂਡ ਕੀਤਾ ਹੈਗਾ, MiG-27, MiG-23, ਕਾਰਗਿਲ ਵਾਰ, ਸਿਆਚਨ ਵਾਰ, ਸਾਰਾ ਕੁਛ ਮੌਕਾ ਮਿਲ ਗਿਆ ਮੇਰੇ ਲਾਈਫ ਟਾਈਮ ਵਿੱਚ ਦੇਖਣ ਦਾ। ਗੱਲਾਂ ਬਹੁਤ ਹੈਗੀਆਂ ਬਟ ਆਈ ਇੰਜੋਇਡ ਮਾਈ ਫਲਾਈਂਗ ਕੈਰੀਅਰ। ਇਟ ਇਜ਼ ਯੂ ਨੋ ਇਟ ਫਲਾਈਂਗ ਕੈਰੀਅਰ ਇਹੋ ਜਿਹੀ ਚੀਜ਼ ਹੈਗੀ ਹੈ, ਜਹਾਜ਼ ਤੁਸੀਂ ਇਕੱਲੇ ਹੁੰਦੇ ਆ, ਇਜ਼ ਅ ਵੈਰੀ ਰੋਮਾਂਚਿਕ ਥਿੰਗ। ਇਟ ਇਜ਼ ਲਾਈਕ ਅ ਸਮਟਾਈਮ ਮੈਂ ਹੁਣ ਲੁੱਕ ਬੈਕ ਕਰਦਾ ਉਹੀ ਚੀਜ਼ ਮਿਸ ਕਰਦਾ। ਇਟ ਇਜ਼ ਲਾਈਕ ਯੂ ਸੇਇੰਗ ਦੈਟ ਇਟ ਇਜ਼ ਅ very high level, high risky type of sport where you're doing all things that are possible। ਤੁਸੀਂ ਰੇਂਜ ਵਿੱਚ ਜਾਂਦੇ ਹੋ,
ਰੇਂਜ ਦੇ ਵਿੱਚ ਆਪਣੀ ਗਨਸ ਫਾਇਰਿੰਗ, ਰਾਕਟ ਫਾਇਰਿੰਗ, ਬੰਬਿੰਗ, ਉਹਨਾਂ ਦਾ ਕੀ ਮਤਲਬ ਹੁੰਦਾ? ਤੁਸੀਂ ਸਿਰਫ ਨਿਸ਼ਾਨੇਬਾਜ਼ੀ ਕਰ ਰਹੇ ਹੋ। ਨਿਸ਼ਾਨੇਬਾਜ਼ੀ ਇਜ਼ ਅ ਸਪੋਰਟ। ਜੀ ਤੁਸੀਂ ਚੰਗਾ ਕਰਦੇ ਹੋ ਕਿ ਯੂ ਆਰ ਅ ਗੁੱਡ ਪਾਇਲਟ, ਤੁਹਾਡੇ ਇਸ ਸੀਨੀਅਰ ਜੂਨੀਅਰ ਦਾ ਕੁਝ ਮਤਲਬ ਹੀ ਨਹੀਂ ਹੈ। ਜੀ ਜਿਹੜਾ ਬਿੰਦਰਾ ਕੈਨ ਸ਼ੂਟ ਵੈਰੀ ਵੈਲ, ਹੀ ਗੈਟਸ ਅ ਗੋਲਡ ਮੈਡਲ। ਸੋ ਇਹੀ ਚੀਜ਼ਾਂ, ਸਾਡਾ ਮਾਹੌਲ, ਸਾਰੀ ਟ੍ਰੇਨਿੰਗ ਹੀ ਸਾਰੀ ਲਾਈਫ 'ਚ ਹੈ ਕਿ ਤੁਸੀਂ ਆਪਣੇ ਕੰਟੈਂਪਰਰੀ ਨਾਲ, ਤੁਸੀਂ ਤੁਹਾਡਾ ਨਿਸ਼ਾਨਾ ਚੰਗਾ ਕਿ ਉਹਦਾ ਨਿਸ਼ਾਨਾ ਚੰਗਾ। ਆਫਟਰ ਆਲ what is ਜਹਾਜ਼, ਫਾਈਟਰ ਜਹਾਜ਼ ਦਾ ਮਤਲਬ 에ਅਰ ਡਿਫੈਂਸ ਦਾ ਇਹ ਹੈ ਕਿ ਤੁਸੀਂ ਸ਼ੂਟ ਕਰਨਾ ਹੈ। ਜੀ ਤੁਸੀਂ ਇਹਨੂੰ ਸ਼ੂਟ ਕਰਨਾ, ਤੁਹਾਡਾ ਨਿਸ਼ਾਨਾ ਚੰਗਾ ਹੈ ਜਾਂ ਨਹੀਂ ਹੈ, ਤੁਹਾਨੂੰ ਉਹਨਾਂ ਥੋੜਾ ਜਿਹਾ ਮੌਕਾ ਮਿਲਦਾ ਹੈ ਕਿ ਉਹਨੂੰ ਸ਼ੂਟ ਕਰਨ ਦਾ। ਉਸ ਵਿੱਚ ਤੁਸੀਂ ਯੂ ਕੈਨ ਮਨੂਵਰ ਯੋਰ ਏਅਰਕ੍ਰਾਫਟ, ਪੁੱਟ ਯੋਰ ਸਾਈਟ ਓਵਰ देयर ਐਂਡ ਡੂ ਇਟ অর ਨਾਟ। ਕਰ ਲਿਆ ਤਾਂ ਯੂ ਆਰ ਅ ਗੁੱਡ ਪਾਇਲਟ। ਸਰ, ਜਿਸ ਵੇਲੇ ਤੁਸੀਂ ਦੱਸ ਰਹੇ ਹੋ ਕਿ ਉਮਰ ਅਸੀਂ ਦੇਖਿਆ ਕਿ ਤੁਹਾਡੀ ਬਹੁਤ ਛੋਟੀ ਸੀ ਉਸ ਸਮੇਂ, ਤੇ ਪਰ ਇੱਕ ਇੰਨੀ ਵੱਡੀ ਜਿਹੜੀ ਜ਼ਿੰਮੇਵਾਰੀ ਇੱਕ ਮੋਢਿਆਂ ਤੇ ਹੁੰਦੀ ਹੈ ਉਸ ਵੇਲੇ, ਕਿ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਉਸ ਸਮੇਂ? ਏਦਾਂ ਕੁਛ ਨਹੀਂ ਹੈ। ਤਾਂ ਤੁਹਾਡੇ ਜਿਹਨੂੰ ਕਹਿੰਦੇ ਸਿਵਲੀਅਨ ਵਗੈਰਾ ਸੋਚਦੇ ਆ। ਤੁਸੀਂ ਯੂ ਨਾਓ ਟਰਾਈ ਟੂ ਸੀ, ਤੁਸੀਂ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਰੋਮਾਂਚਿਕ, ਦ ਵੇ ਆਈ ਲੁਕਡ ਐਟ ਇਟ, 에ਅਰ ਫੋਰਸ ਐਜ਼ ਅ ਕੈਰੀਅਰ ਵਾਜ਼ ਵੈਰੀ ਵੈਰੀ ਇੰਟਰਸਟਿੰਗ। ਬਿਕੋਜ਼ ਜਿੱਦਾਂ ਕਿ ਤੁਸੀਂ ਇੰਡੀਵਿਜੂਅਲ, ਤੁਹਾਨੂੰ ਤੁਹਾਡਾ ਕੈਰੀਅਰ ਕੀ ਹੈਗਾ ਐਜ਼ ਅ ਪਾਇਲਟ। ਤੁਸੀਂ ਇਹ ਜਹਾਜ਼ ਨੂੰ, ਫਾਈਟਰ ਫਲਾਈਂਗ ਹੈ ਕਿ ਇਸ ਜਹਾਜ਼ ਨੂੰ ਤੁਸੀਂ ਐਕਸਟ੍ਰੀਮ ਉਹਦੇ ਐਨਵਲਪ 'ਚ ਉਹਨੂੰ ਯੂਜ਼ ਕਰਨਾ। ਜੀ ਜਿਹੜਾ ਕਰ ਲਵੇ ਉਹੀ ਬੈਟਰ ਪਾਇਲਟ ਹੁੰਦਾ ਸੀ। ਟਰਾਂਸਪੋਰਟ ਏਅਰਕ੍ਰਾਫਟ ਦਾ ਮਤਲਬ ਸਿੱਧਾ ਰੋਲ ਹੈ ਕਿ ਇੱਕ ਜਗ੍ਹਾ ਤੋਂ A to B ਸੇਫਲੀ ਜਾਣਾ। ਇਸ ਜਹਾਜ਼ ਨੂੰ ਦੋ ਜਹਾਜ਼ ਹੈਗੇ ਆ, ਉਹਨਾਂ ਜੋ ਦੋ ਜਹਾਜ਼ ਹੈਗੇ ਆ, ਜਾਂ ਤੁਹਾਨੂੰ ਸਿੱਟ ਲਓਗੇ ਜਾਂ ਤੁਸੀਂ ਸਿੱਟ ਲਓਗੇ। ਜੀ ਹੁਣ ਜਿਹੜਾ ਕਿ ਜ਼ਿਆਦਾ ਮਨੂਵਰਿੰਗ ਬੈਟਰ ਕਰ ਸਕਦਾ ਹੈ, ਬੈਟਰ ਹੈਂਡਲਿੰਗ ਕਰ ਸਕਦਾ ਹੈ, ਉਹਦੀ ਸਲੋ ਸਪੀਡ ਦੇ ਵਿੱਚ ਬੈਟਰ ਕਰ ਸਕਦਾ, ਹਾਈ ਸਪੀਡ 'ਚ ਬੈਟਰ ਕਰ ਸਕਦਾ, ਉਹਨੂੰ ਟਰਨ ਬੈਟਰ ਕਰ ਸਕਦਾ ਹੈ। ਸੋ ਇਹ ਫਾਈਟਰ ਫਲਾਈਂਗ ਹੈ। ਸੋ ਜਿਹੜਾ ਜਿੱਦਾਂ ਤੁਸੀਂ ਪੁੱਛ ਰਹੇ ਹੋ ਕਿ ਫਾਈਟਰ ਫਲਾਈਂਗ ਦੀ ਕੀ ਜਿਹੜੀ ਜੋ ਰੋਮਾਂਚਿਕ ਚੀਜ਼ ਇਹੀ ਹੈ ਕਿ ਯੂ ਗੈਟ ਐਨ ਓਪਰਚੁਨਿਟੀ ਟੂ ਸ਼ੋ ਯੋਰ ਯੂਥਫੁਲਨੈਸ। ਇਟ ਵਾਜ਼ ਨੈਵਰ, ਜਿਹਨੇ ਤੁਸੀਂ ਕਹਿੰਦੇ ਕਿ ਕੋਈ ਇਹੋ ਜਿਹੀ ਡੇਂਜਰ ਕੰਮ, ਜਹਾਜ਼ ਜਿਹੜੇ ਸਟਾਰਟ ਹੋ ਜਾਂਦਾ ਇੱਕ ਵਾਰੀ, ਜੀ ਉਹ ਤੁਸੀਂ ਕੋਈ ਆਪਣਾ ਡਰਨਾ, ਆਪਣਾ ਸੋਚਣਾ, ਉਹ ਚੀਜ਼ ਆਉਂਦਾ ਹੀ ਨਹੀਂ ਯਾਰ। ਬਿਕਾਜ਼ ਸਿਰਫ ਇਟ ਜਸਟ ਸਟਾਪਸ ਟੂ ਫੋਕਸ। ਤੁਹਾਡਾ ਹੁਣ ਉਸ ਟਾਈਮ ਤੇ ਕਰਨਾ ਕੀ ਹੈ? ਜੀ ਸੋ ਆਈਲ ਬੀ ਵੈਰੀ 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 ਫਰੈਂਕ, ਇਟ ਇਜ਼ ਨਥਿੰਗ ਵੈਰੀ ਹੀਰੋਇਕ, ਬਟ ਯੈਸ, ਜਿਹੜੀ ਹੀਰੋਇਕ, ਉਹ ਜਿਹੜੀ ਸਾਡੀ ਟ੍ਰੇਨਿੰਗ ਸਾਨੂੰ ਦਿਮਾਗ 'ਚ ਜੀ ਮਜ਼ਬੂਤ ਬਣਾਤਾ। ਇਹੋ ਜਿਹੀਆਂ ਚੀਜ਼ਾਂ ਸੋਚਣ ਦੇ, ਘਰ ਬਾਰੇ ਸੋਚੇ, ਕੋਈ ਰੋ ਰਿਹਾ, ਕੋਈ ਵੇਟ ਕਰ ਰਿਹਾ, ਜਾਂ ਗਰਲਫ੍ਰੈਂਡ ਵੇਟ ਕਰ ਰਹੀ, ਇਹੋ ਜਿਹਾ ਕੋਈ ਨੌਨਸੈਂਸ ਨਹੀਂ ਹੈਗਾ। So that is the actual real training, how physically fit, mentally fit, your very disciplined life. ਇਹ ਤੁਹਾਡੀ ਟ੍ਰੇਨਿੰਗ ਹੈ which makes you so strong to take on these situations. ਉਸ ਟਾਈਮ ਤੇ ਇਹੋ ਜਿਹੀ ਜਜ਼ਬਾਤੀ ਗੱਲਾਂ ਦਾ ਸੋਚਣ ਦਾ ਹੀ ਨਹੀਂ ਮੌਕਾ ਮਿਲਦਾ। ਸਰ, ਤੁਸੀਂ ਰਿਟਾਇਰਡ ਕਦੋਂ ਹੋਏ ਸੀਗੇ? ਰਿਟਾਇਰ ਵਰਡ ਹਾਲੇ ਵੀ ਮੇਰੀ ਇਹ ਡਿਕਸ਼ਨਰੀ 'ਚ ਹੈ ਨਹੀਂ ਹੈ। ਇਹ ਵੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਜੇ ਰਿਟਾਇਰ ਹੁੰਦਾ, ਮੈਂ 에ਅਰਫੋਰਸ ਸੀ, ਮੇਰੀ ਨੌਕਰੀ ਚੱਲ ਰਹੀ ਸੀਗੀ ਉਸ ਸਾਈਡ ਦੇ ਵਿੱਚ। ਮੇਰੀ ਲਾਸਟ ਪੋਸਟਿੰਗ, ਆਈ ਵਾਜ਼ 에ਅਰ ਵਾਈਸ ਮਾਰਸ਼ਲ ਐਂਡ ਆਈ ਵਾਜ਼ 에ਅਰ ਆਫਸਰ ਕਮਾਂਡਿੰਗ ਮੈਰੀਟਾਈਮ ਆਪਰੇਸ਼ਨਸ ਇਨ ਬੰਬੇ। ਉਦੋਂ ਉੱਥੇ 에ਅਰ ਇੰਡੀਆ ਦਾ ਹੱਬ ਹੈ। ਸੋ 에ਅਰ ਇੰਡੀਆ ਦੀ ਬੜੀ ਐਕਸਪੈਂਸ਼ਨ ਹੋ ਰਹੀ ਸੀ, ਉਹਨਾਂ ਨੂੰ ਲੋੜ ਸੀਗੀ। ਹੁਣ ਜਿੱਦਾਂ ਉਹਨਾਂ ਨੇ ਫਿਰ ਦੇਖਿਆ ਕਿ ਜਿਹੜੇ ਸੀਨੀਅਰ ਪਾਇਲਟ ਜਿਹਨਾਂ ਨੇ ਹੁਣ ਜਿਹਨੂੰ ਕਹਿੰਦੇ ਕਿ 에ਅਰਫੋਰਸ ਜੋ ਆਪਣਾ ਕੰਮ ਕਰ ਲਿਆ ਕਰਨਾ, 1-2 ਸਾਲ ਬਚੇ ਪਏ ਆ, ਉਹ ਜਿਹਨੂੰ ਮੈਂ ਆਪਣੀ ਲੈਂਗੁਏਜ ਕਹਿੰਦੇ ਹੁਣ ਗੋਲਫ ਖੇਲਣਾ ਔਰ ਇਹ ਚੀਜ਼ਾਂ ਥੋੜਾ ਸੁਪਰਵਾਈਜ਼ਰੀ ਰੋਲ 'ਚ ਆ ਜਾਂਦਾ ਕਿ ਉਸ ਟਾਈਮ ਤੇ volunteer were required to going to Air India, and nobody at that age generally wants to. So as an air vice marshal from fighter pilot, I opted for India. So मैं retire नहीं, तो Air Force ने ही मैंने second Air India किया। So मैं 5 साल में Air India लाया, उत्थे मैं Boeing जहाज उत्थे उड़ाया है। So technically from the Air Force I retired in 2007 in October, and I did another 5 years with Air India. ਉਸ ਤੋਂ ਬਾਅਦ ਹੁਣ ਸਰ ਤੁਸੀਂ ਕੀ ਕਰ ਰਹੇ ਹੋ? ਮੈਂ ਕੀ ਕਰੇ, ਜਿੱਦਾਂ ਤੁਸੀਂ ਦੇਖ ਰਹੇ ਹੋ now I am working for a ਮੈਂ ਹੁਣ ਕਿਸੇ ਕੇ ਨਾਲ ਦੱਸਾਂ ਕਿ ਇਹ ਚੀਜ਼ ਹੈ ਕਿ I am doing a bit of social service to in a certain extent। ਜਿਹੜੀ ਇੱਥੇ ਮੈਂ back end services of a UK based company, ਉਹਦੇ ਬਾਰੇ ਉਹਦੇ ਅਸੀਂ back end ਇੱਥੇ ਸੰਭਾਲ ਰਹੇ ਹਾਂ। ਸੋ ਮੇਰੇ ਕੋਲ more than about 150 to 170 employees ਹੈਗੇ, young employees ਅੰਦਰ ਹੈਗੇ ਆ, out of which nearly 80 to 90 are IT engineers। ਸੋ ਬੈਕ ਐਂਡ ਇੱਕ ਮਲਟੀਨੈਸ਼ਨਲ ਕੰਪਨੀ ਨੂੰ ਮੈਂ ਚਲਾ ਰਿਹਾ। ਆਈ ਐਮ ਗਿਵਿੰਗ ਓਪਰਚੁਨਿਟੀ ਟੂ ਯੰਗ ਗ੍ਰੈਜੂਏਟਸ ਐਂਡ ਪੋਸਟ ਗ੍ਰੈਜੂਏਟਸ, ਜਿਨ੍ਹਾਂ ਨੂੰ ਕੋਈ ਬਾਹਰ ਓਪਰਚੁਨਿਟੀ ਮਿਲਦੀ ਆਪਣੇ ਦੁਆਬੇ ਦੇ ਵਿੱਚ, ਜਿਹੜੇ ਬਚ ਜਾਂਦੇ, ਪੇਰੈਂਟਸ ਨਹੀਂ ਜਾਣ ਦਿੰਦੇ, ਮੈਨੂੰ ਉਹੋ ਜਿਹੀ ਓਪਰਚੁਨਿਟੀ ਦੇ ਰਿਹਾ ਕਿ ਉਹਨਾਂ ਨੂੰ ਪੋਲਿਸ਼ ਕਰ ਰਿਹਾ, ਉਹਨਾਂ ਨੂੰ ਦਿਖਾ ਰਿਹਾ ਕਿ that you're not blessed to, you're second to none in this global
ਕਾਰਪੋਰੇਟ ਵਰਲਡ। ਸੋ ਮੈਂ ਕਾਰਪੋਰੇਟ ਦੇ ਮੇਰੇ ਇਹ ਦੇਅਰ EMPLOYEES, ਸੋ ਉਹਨਾਂ ਨੂੰ ਮੈਨੂੰ ਮਜ਼ਾ ਆ ਰਿਹਾ ਕਿ ਉਹਨਾਂ ਨੂੰ ਮੈਂ ਹਰ ਚੀਜ਼ਾਂ ਦੀ ਟ੍ਰੇਨਿੰਗ ਦੇ ਰਿਹਾ ਔਰ ਉਹਨਾਂ ਤੋਂ ਕੰਮ ਲੈ ਰਿਹਾ, ਉਹਨਾਂ ਨੂੰ ਤਨਖਾਹ ਦੇ ਰਿਹਾ। ਤੇ ਇਹ ਸੀ ਸਾਡੇ ਨਾਲ ਏਅਰ ਮਾਰਸ਼ਲ ਸਰਬਜੀਤ ਸਿੰਘ ਹੋਠੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਆਪਣੀ ਜਿਹੜੀ ਡਿਊਟੀ ਦੌਰਾਨ ਜਿਹੜੇ ਦਿਲਚਸਪ ਕਿੱਸੇ ਸੀ, ਕਹਾਣੀਆਂ ਸਾਡੇ ਨਾਲ ਸ਼ੇਅਰ ਕੀਤੀਆਂ। ਤੁਸੀਂ ਦੇਖਿਆ ਕਿ ਕਿੰਨੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਆਰਮੀ ਨੂੰ ਜਿਹੜਾ ਵਾਪਸ ਖਦੇੜ ਦਿੱਤਾ ਸੀ। ਤੇ ਇਹ ਸੀ ਸਾਡੇ ਨਾਲ ਸਰਬਜੀਤ ਸਿੰਘ ਹੋਠੀ ਜੀ। ਕੈਮਰਾ ਪਰਸਨ ਵਿਜੇ ਦੇ ਨਾਲ ਮੈਂ ਆਂਚਲ ਚੱਡਾ, ਪੰਜਾਬੀ ਬੁਲਟਨ।